ਮਸਲਾ ਇਹ ਹੈ ਕਿ ਇਹਨਾਂ ਬੱਚਿਆਂ ਦੇ ਬਾਰੇ ਕੁਝ ਸੋਚਿਆ ਜਾਵੇ ਕਿਉਂਕਿ ਬੱਚੇ ਬਹੁਤ ਯਤੀਮ ਨੇ ਪਏ। ਤੇ ਘਰ ਦੇ ਹਾਲਾਤ ਬਹੁਤ ਸਹੀ ਨਹੀਂ ਹੈਗੇ। ਬੱਚੇ ਇਹਨਾਂ ਦੇ ਦੋ ਹੈਗੇ ਯਤੀਮ ਹੈਗੇ ਤੇ ਆਪ ਮਤਲਬ ਕੰਮ ਕੁਮ ਕਰਦੀ ਏ, ਖੇਤਾਂ ਬਾੜੀਆਂ ਕਰਦੀ ਏ। ਬਹੁਤ ਮੁਸ਼ਕਿਲ ਨਾਲ ਹਾਲਾਤ ਇਹਨਾਂ ਦੇ ਜਾ ਰਹੇ ਨੇ। 2-2 ਮਹੀਨਾ ਦਾ 4-4 ਮਹੀਨਾ ਦਾ ਕਿਰਾਇਆ ਸਿਰ ਤੇ ਆ ਜਾਂਦਾ, ਕਿਰਾਇਆ ਨਹੀਂ ਦਿੱਤਾ ਜਾਂਦਾ। अस्सलाम वालेकुम नाज़रीन, मैं आपको मेज़बान मुदस्सिर रेडी और आप देख रहे हैं राज टीवी। नाज़रीन, ज़िंदगी के हालात को अगर परखा जाए, देखा जाए तो बहुत सारी ऐसी उलझनें होती हैं ज़िंदगी में जिनको सुलझाना हमारे लिए बड़ा मुश्किल हो। और फिर अगर आपका कोई सहारा आपसे छिन जाए या आपके हालात, घर के हालात, माली हालात इस तरह हों कि आपका गुजारा मुश्किल से हो रहा हो और आपके जो घर के रेंट्स हैं या आपका घर का जो है मकान जो है किराए का हो और बिजली के बिलों की अदायगी आज के दौर में करना मैं समझता हूँ बड़ा मुश्किल है। तो हमेशा की तरह आपसे किसी न किसी इंसान की मुलाकात करवाता रहता हूँ और आप लोगों के तवस्सुल से ही हम यहाँ तक पहुँचे हैं और आप लोगों की वजह से ही ऐसे लोग अपने इस माशरे में रह रहे हैं और सर्वाइव कर रहे हैं, क्योंकि आप लोग माशाल्लाह से किसी न किसी थ्रू, किसी न किसी ज़रिए के इन लोगों की हेल्प करते रहते हैं। तो आज मैं आपकी बात करवाऊँगा ज़रीना बीबी से, जिसके 2 बेटे हैं और जो उनका शौहर है वो अभी हालिया ही दिनों में उनकी डेथ हुई है। तकरीबन 16 तारीख को उनकी वो फौत हुए हैं और घर जो है वो मकान जो है किराए का मकान है, 2 बेटे हैं और बिजली के बिलों की अदायगी भी बड़ी मुश्किल से की है। और जब आपको पता हो कि आपका अपना कोई सहारा या आपका अपना कोई ऐसा जो घर का सरबराह हो वो आपसे अलग हो जाए, दूर हो जाए या छिन जाए, तो ऐसे में गुजारा करना कितना मुश्किल होता है। तो मैं उनसे बात आपकी करवाऊँगा और मैं चाहता हूँ कि आप जो है उनके हालात उन्हीं की ज़बानी सुने तो बेहतर होगा। अस्सलाम वालेकुम जी। ਪਤਾ ਕੀ ਇਹਨਾਂ ਦੇ ਘਰ ਦੇ ਹਾਲਾਤ ਬਹੁਤ ਸਹੀ ਨਹੀਂ ਹੈਗੇ। ਬੱਚੇ ਇਹਨਾਂ ਦੇ 2 ਹੈਗੇ ਯਤੀਮ ਹੈਗੇ ਤੇ ਆਪ ਮਤਲਬ ਕੰਮ ਕੁਮ ਕਰਦੀ ਏ, ਖੇਤਾਂ ਬਾੜੀਆਂ ਕਰਦੀ ਏ। ਬਹੁਤ ਮੁਸ਼ਕਿਲ ਨਾਲ ਹਾਲਾਤ ਇਹਨਾਂ ਦੇ ਜਾ ਰਹੇ ਨੇ। 2-2 ਮਹੀਨਾ ਦਾ 4-4 ਮਹੀਨਾ ਦਾ ਕਿਰਾਇਆ ਸਿਰ ਤੇ ਆ ਜਾਂਦਾ, ਕਿਰਾਇਆ ਨਹੀਂ ਦਿੱਤਾ ਜਾਂਦਾ। ਬਾਕੀ ਅੱਗੇ ਫਿਰ ਤੁਹਾਨੂੰ ਪਤਾ ਹੀ ਹੈ ਇੱਕ ਘਰ ਕਿਵੇਂ ਘਰ ਚਲਾ ਸਕਦੀ ਹੈ ਔਰਤ ਇਕੱਲੀ। ਅੱਗੇ ਫਿਰ ਤੁਸੀਂ ਆਪ ਬਿਹਤਰ ਸਮਝਦੇ ਜੇ। ਅੱਛਾ ਮੈਨੂੰ ਦੱਸੋ, ਜਦੋਂ ਘਰ ਦਾ ਮਕਾਨ ਦਾ ਕਿਰਾਇਆ ਆਉਂਦਾ ਹੈ ਫਿਰ ਬਿਜਲੀ ਦੇ ਬਿੱਲ ਵੀ ਆ ਜਾਂਦੇ ਨੇ ਤੇ ਉਹ ਕਿਵੇਂ ਮੈਨੇਜ ਕਰਦੇ ਨੇ ਕਿ ਬੱਚੇ मैंने जिमें करने हैं जो अगर किराया दे देता है तो फिर मकान का 2-3 महीना बाद फिर इकट्ठा करके ਜ਼ਰੂਰਤ ਤੌਰ ਫਿਰ ਉਹਨਾਂ ਦੀ ਬਾਜੀ ਨੂੰ ਪਹੁੰਚਾ ਦੇਈਦਾ। ਜਦੋਂ ਬਾਜੀ ਵੀ ਕਰ ਲੈਂਦੀ ਉਹਨਾਂ ਨੂੰ ਘਰ ਦੇ ਹਾਲਾਤ ਦਾ ਪਤਾ ਵਾ, ਫਿਰ ਬਾਜੀ ਵੀ 2-3 ਮਹੀਨੇ ਰੈਸਟ ਦੇ ਦਿੰਦੀ ਹੈ, ਯਾਨੀ ਕਿ ਬਾਜੀ ਹੋਰਾਂ ਨੂੰ। ਤੇ ਇਹ ਖਾਣ ਪੀਣ ਦਾ ਇੰਤਜ਼ਾਮ ਕਿੱਥੋਂ ਹੁੰਦਾ ਹੈ? ਖਾਣ ਪੀਣ ਦਾ ਕੋਈ ਭੈਣਾ ਭਰਾ ਮਾੜਾ ਮੋਟਾ ਮਤਲਬ ਇਹ ਕੋਈ ਉੱਤੇ ਵਾਲੀ ਬਾਜੀ ਆਸਰਾ ਕਰ ਦਿੰਦੀ ਹੈ, ਕੋਈ ਆਂਢ ਗੁਆਂਢ ਆਸਰਾ ਕਰ ਦਿੰਦੇ ਨੇ। ਇਸੇ ਤਰੀਕੇ ਘਰ ਦਾ ਸਰਕਟ ਚੱਲ ਰਿਹਾ ਹੈ। ਤੇ ਪਹਿਲੇ ਤਾਂ ਭਾਈ ਸੀ ਆਪ ਹੈ ਸੀ ਉਹ ਕਰ ਲੈਂਦਾ ਸੀ, ਲੇਕਿਨ ਹੁਣ ਜਿਹੜਾ ਨਾ ਉਹ ਗੁਜ਼ਰ ਗਏ ਨੇ ਤੇ ਹੁਣ ਉਹਨਾਂ ਦਾ ਕੋਈ ਪਤਾ ਨਹੀਂ ਕਿਵੇਂ ਘਰ ਸਿਸਟਮ ਚਲਾਉਣਗੇ ਕਿਵੇਂ ਨਾ ਚਲਾਉਣਗੇ। ਅੱਛਾ ਮੈਨੂੰ ਦੱਸੋ, ਉਹਨਾਂ ਨੂੰ ਹੋਇਆ ਕੀ ਸੀ ਤੇ ਕਿਉਂ, ਕਿ ਬਿਮਾਰੀ ਕੀ ਸੀ ਤੇ ਕਿੱਥੋਂ ਦਵਾਈਆਂ ਦਾ ਖਰਚਾ ਪੂਰਾ ਹੁੰਦਾ ਸੀ? ਉਹਨਾਂ ਦੇ ਦਵਾਈਆਂ 3000-4000 ਬਾਜੀ ਉੱਪਰ ਜਿਨ੍ਹਾਂ ਦੇ ਮਕਾਨ 'ਚ ਰਹਿ ਰਹੇ ਸੀ ਨਾ ਬਾਜੀ ਦੇ ਗਈ ਸੀ। 3000 ਉਹ ਦੇ ਗਈ ਸੀ ਤੇ ਇੱਕ ਵਾਰੀ ਦਿੱਤਾ ਸੀ ਉਹਨੇ ਤੇ ਮੁੜ ਬਾਕੀ ਦਾ ਇੱਥੇ ਮਹੱਲੇ ਦੇ 'ਚ ਰਹਿੰਦਾ ਸੀ, ਉਹ ਵੀ ਦੀ ਨੌਕਰੀ ਵੀ ਹਸਪਤਾਲ ਲੱਗੀ ਹੋਈ ਸੀ। ਉਹ ਭਾਈ ਇੱਥੇ ਆਂਦਾ ਸੀ ਇਲਾਜ ਉਹਨੇ ਮਤਲਬ ਫ੍ਰੀ ਕਰਵਾ ਦਿੱਤਾ ਸੀ। ਬਾਕੀ ਜਿਹੜੀ ਦਵਾਈਆਂ ਆਉਂਦੀ ਸੀ ਉਹਨਾਂ ਦੀ ਪਰੇਸ਼ਾਨੀ ਥੋੜੀ ਹੋਈ ਸੀ, ਲੇਕਿਨ ਫਿਰ ਵੀ ਬਾਜੀ ਨੇ ਹਿੰਮਤ ਮਾਰੀ ਸੀ, ਥੋੜਾ ਬਹੁਤਾ ਕਰ ਲਿਆ ਸੀ। ਅੱਛਾ ਤੇ ਇਹ ਜਿਹੜਾ ਰੋਜ਼ ਦਾ, ਕਿਉਂਕਿ 2 ਬੱਚੇ ਨੇ, ਰੋਜ਼ ਦੀ ਰੋਟੀ ਪਾਣੀ ਅੱਗੇ ਸਹਾਰਾ ਸੀ ਤੇ ਕਰਨਾ ਆਸਾਨ ਸੀ, ਹੁਣ ਜੀ ਸਹਾਰਾ ਹਾਂ। ਨਹੀਂ ਹੈਗਾ ਤੇ ਹੁਣ ਕਰਨਾ ਮੁਸ਼ਕਿਲ ਹੈ। ਹਾਂਜੀ। ਤੇ ਫਿਰ ਇਹ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਦੇ ਹੋ, ਕਿਉਂਕਿ ਹੁਣ ਬਿਜਲੀ ਦੇ ਬਿੱਲ ਵੀ ਸਿਰ ਤੇ ਨੇ, ਕਿਰਾਇਆ ਵੀ ਸਿਰ ਤੇ ਹੈ ਤੇ ਮਹੀਨੇ ਦੀ ਇਨਕਮ ਕਿੰਨੀ? ਉਹ ਫਿਰ ਹਿਸਾਬ ਨਾਲ ਚੱਲਣਾ ਪਏਗਾ ਨਾ। ਫਿਰ ਦੇਖਣਗੇ ਕੋਈ ਬੱਚੇ ਨੇ, ਇੱਕ ਤਾਂ ਬੱਚਾ ਇਹਨਾਂ ਮਜ਼ਦੂਰੀ ਕਰਦਾ ਬਿਲਕੁਲ ਮਤਲਬ ਇੱਕ ਦਾ ਹੀ ਆਉਂਦਾ ਤੇ ਇੱਕ ਵੈਸੇ ਉਹਦੇ ਹੱਥ ਵਿੱਚ ਕੋਈ ਹੁਨਰ ਵੀ ਨਹੀਂ ਹੈਗਾ। ਫਿਰ ਇਹੀ ਹੈ ਵੀ ਮਿਹਨਤ ਮਜ਼ਦੂਰੀ ਕਦੀ ਲੱਗੀ ਕਦੀ ਨਾ ਲੱਗੀ, ਬਸ ਕਦੀ ਆਂਢ ਗੁਆਂਢ ਕੋਲੋਂ ਲੈ ਲਿਆ, ਉਧਾਰਾ ਲੈ ਲਿਆ। ਫਿਰ ਇਸੇ ਤਰੀਕੇ ਘਰ ਦਾ ਸਰਕਟ ਚੱਲ ਰਿਹਾ ਹੈ। ਅੱਛਾ ਇਹ ਤੁਹਾਨੂੰ ਬਹੁਤ ਸਾਰੇ ਲੋਕ ਦੇਖ ਰਹੇ ਨੇ ਕਿ ਤੁਸੀਂ ਉਹਨਾਂ ਨੇ ਨਾ ਪੈਗਾਮ ਦੇ ਦਿਓ। ਮਸਲਾ ਇਹ ਹੈ ਕਿ ਇਹਨਾਂ ਬੱਚਿਆਂ ਦੇ ਬਾਰੇ ਕੁਝ ਸੋਚਿਆ ਜਾਵੇ क्योंकि बच्चे बहुत यतीम नहीं पाए। अच्छा, बात करना मेरे लिए भी बड़ा मुश्किल हो रहा है। मुझे नहीं समझ आ रही कि मैं क्या बात करूं क्या नहीं, क्योंकि
छोटे छोटे से बच्चे हैं 2 और उनका करने वाला कोई नहीं है। वालिद साहब थे, उनके वो बीमारी की वजह से उनका इलाज मुआवजा बहुत किया। जिस तरह आप लोग हमसे कनेक्टेड हैं, हमारे थ्रू आप लोग सपोर्ट करते हैं, तो इस दफ़ा भी आप लोगों से रिक्वेस्ट है कि ज़रीना बेबी, इनकी आप हेल्प करें। इनकी हेल्प आप इसलिए करें क्योंकि इनको आपके वाकई हेल्प की ज़रूरत है। और ये सफ़ेद पोश जो लोग होते हैं जो किसी के आगे हाथ नहीं फैलाते, और उनके दुख दर्द में शरीक होना, उनको सपोर्ट करना हमारा एक अज़म होना चाहिए, और हम करते रहेंगे। तो मेरी आपसे रिक्वेस्ट यही है कि जिस तरह आप करते हैं, मेहरबानी होगी आप सबकी, इनकी मदद करें क्योंकि इन लोगों को वाकई आपकी हेल्प की ज़रूरत है। लेकिन जाने से पहले इतना कहूँगा कि जो मेरा नंबर है उस आपको स्क्रीन पे दिखाई दे रहा है, इसके थ्रू अगर आप चाहें, वरना जो हमारा ऑफिशियल अकाउंट है उसके थ्रू आप जिस तरह करते हैं उस तरह थ्रू करें। और क्योंकि मैं समझता हूँ इनके वाकई इनको ज़रूरत है। मिलते हैं नेक्स्ट वीडियो में, तब तक के लिए अल्लाह हाफ़िज़।